ਦਾ ਨਾਮ ਇਹ ਨਾਨਕ ਨੇ ਲਿਆ ਕੇ ਦੇਣਾ ਕੀਤਾ, ਕਿਉਂਕਿ ਸਿਮਰਨ ਦੇ ਨਾਲ ਹੀ ਮਨੁੱਖ ਅੰਦਰ ਗਿਆਨ ਵੀ ਪੈਦਾ ਹੁੰਦਾ ਹੈ ਜੀ। ਤਨ ਮਾਨ ਤਜੇ ਸਿਮਰੇ ਜੇ ਸਦਾ, ਪ੍ਰਗਟੇ ਘਟ ਅੰਤਰ ਗਿਆਨ ਅਚਾਨਕ। ਜੇ ਮਨੁੱਖ ਆਪਣੇ ਸਰੀਰ ਦਾ, ਆਪਣੀਆਂ ਪਦਵੀਆਂ ਦਾ, ਆਪਣੀਆਂ ਅਥਾਰਟੀਆਂ ਦਾ, ਆਪਣੇ ਮਾਇਆ ਦਾ ਹੰਕਾਰ ਤਿਆਗ ਕਰਕੇ ਗੁਰੂ ਨਾਨਕ ਦੇ ਬਖਸ਼ੇ ਨਾਮ ਨੂੰ ਸਿਮਰਨ ਕਰੇ, ਉਹਦੇ ਅੰਦਰ ਗਿਆਨ ਅਚਾਨਕ ਸੁਤੇ ਹੀ ਪੈਦਾ ਹੋ ਜਾਂਦਾ ਹੈ ਜੀ। ਲਖ ਕੂੜ ਪਦਾਰਥ ਕੇ ਤਜ ਸਵਾਰਥ, ਭੀ ਪਰਮਾਰਥ ਮੈਂ ਦੁਖ ਹਾਨਕ। ਇਸ ਤਰ੍ਹਾਂ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸੰਸਾਰ ਝੂਠੇ ਪਦਾਰਥਾਂ ਦੇ ਸਵਾਰਥਾਂ ਨੂੰ ਝੂਠਾ ਸਮਝ ਕੇ ਛੱਡ ਦੇਵੇ, ਔਰ ਇਹਨਾਂ ਨੂੰ ਛੱਡ ਕੇ ਪਰਮਾਰਥ ਸਵਾਰਥ ਹੁੰਦਾ ਹੈ ਆਪਣੇ ਸਰੀਰ ਵਾਸਤੇ, ਪਰਮਾਰਥ ਹੁੰਦਾ ਹੈ ਆਤਮਾ ਵਾਸਤੇ, ਪਰਮੇਸ਼ਰ ਵਾਸਤੇ। ਪਰਮਾਰਥ ਬੇਦੁੱਖ ਹਾਨਕ, ਦਰਗਾਹ ਦੇ ਵੀ ਤੇ ਸੰਸਾਰ ਦੇ ਵੀ ਦੁੱਖਾਂ ਨੂੰ ਹਾਨਕ ਖਤਮ ਕਰ ਸਕਦਾ ਹੈ ਜੀ। ਗੁਣ ਬਰਿੰਦ ਗਹੀਰਾ ਸਰੀਰ ਧਰਿਓ ਬਰ, ਜਾਹਰ ਪੀਰ ਗੁਰੂ ਜਗ ਨਾਨਕ। ਇਸ ਤਰ੍ਹਾਂ ਗੁਣਾਂ ਦਾ ਖਜ਼ਾਨੇ, ਜਾਹਰ ਪੀਰ ਕਲਾ ਧਾਰੀ, ਸਰਵ ਕਲਾ ਸਮਰੱਥ, ਸ਼੍ਰੇਸ਼ਟ ਅਤੇ ਸਾਰੇ ਗੁਣਾਂ ਦੇ ਮਾਲਕ ਅੱਜ ਸੱਚਖੰਡ ਵਿੱਚੋਂ ਵਾਪਸ ਦੁਨੀਆ ਦੇ ਵਿੱਚ ਸੁੰਦਰ ਸਰੀਰ ਲੈ ਕੇ ਚੱਲ ਪਏ ਜੀ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸ੍ਰੀ ਕਰਤਾਰ ਪੁਰਖ ਦੁਖ ਗੰਜਨ, ਭਗਤ ਕੀਰ ਸਦਾ ਮਨ ਰੰਜਨ। ਇਉਂ ਭਾਈ ਬਾਲਾ ਜੀ ਦੱਸ ਰਹੇ ਹੈ ਕਥਾ, ਸਾਰੀ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ। ਆਪ ਜੀ ਨੂੰ ਪਤਾ ਹੋਣਾ ਹੈ ਪਿੱਛੇ ਕਿ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਇੱਕ ਦਿਨ ਬੈਠੇ ਸਨ ਤੇ ਉਹਨਾਂ ਨੇ ਸੋਚਿਆ ਬਈ ਮੇਰਾ ਮਾਲਕ ਇੰਨਾ ਤਕੜਾ ਸੀਗਾ, ਮੈਂ ਉਹਦੀਆਂ ਕਦੇ ਕਦੇ ਛੋਟੀਆਂ ਮੋਟੀਆਂ ਗੱਲਾਂ ਸੰਗਤਾਂ ਕੋਲੋਂ ਸੁਣਦਾ, ਕੋਈ ਇਹੋ ਜਿਹਾ ਮਨੁੱਖ ਹੋਵੇ ਜਿਹੜਾ ਪੂਰੀ ਬਚਪਨ ਤੋਂ ਲੈ ਕੇ ਅਖੀਰ ਤੱਕ 80-82 ਜਿੰਨੀ ਉਹਨਾਂ ਦੀ ਉਮਰਾਂ ਹੈ, ਕੋਈ ਓਨੀ ਜ਼ਿੰਦਗੀ ਦੀ ਸਾਰੀ ਵਿਚਾਰ ਸੁਣਾ ਸਕੇ। ਕਹਿੰਦੇ ਬੈਠੇ ਸੋਚ ਹੀ ਰਹੇ ਸਨ ਕਿ ਇੱਧਰ ਭਾਈ ਬਾਲਾ ਜੀ ਦੇ ਅੰਦਰ ਧਾਰ ਖੜ ਕੇ ਬਈ ਮੈਂ ਚੱਲ ਕੇ ਦਰਸ਼ਨ ਤਾਂ ਕਰਕੇ ਆਵਾਂ, ਗੁਰੂ ਨਾਨਕ ਜੀ ਨੇ ਆਪਣੀ ਗੱਦੀ 'ਤੇ ਕਿਹਨੂੰ ਬਿਠਾਉਣਾ ਕੀਤਾ। ਕਹਿੰਦੇ ਉੱਧਰੋਂ ਭਾਈ ਬਾਲਾ ਜੀ ਚੱਲ ਪਏ ਨਨਕਾਣਾ ਸਾਹਿਬ ਤੋਂ, ਔਰ ਖਡੂਰ ਸਾਹਿਬ ਆ ਗਏ। ਜਦ ਆ ਕੇ ਮਿਲੇ ਤੇ ਇੱਧਰ ਗੁਰੂ ਅੰਗਦ ਦੇਵ ਜੀ ਨਮਸਕਾਰ ਕੀਤੀ। ਗੁਰੂ ਅੰਗਦ ਜੀ ਕਹਿੰਦੇ ਆਓ ਭਾਈ ਸਿੱਖਾ, ਕਿੱਥੋਂ ਆਇਆ ਤੂੰ? ਕਹਿੰਦੇ ਜੀ ਨਨਕਾਣਾ ਸਾਹਿਬ ਤਲਵੰਡੀ ਤੋਂ। ਤਲਵੰਡੀ ਤੋਂ, ਮੇਰੇ ਮਾਲਕ ਦੇ ਨਗਰੋਂ? ਕਹਿੰਦੇ ਹਾਂ ਜੀ। ਅੱਛਾ, ਤੂੰ ਕਿੰਨਾ ਕੁ ਦੇਖਿਆ ਮੇਰੇ ਮਾਲਕ ਨੂੰ? ਮਹਾਰਾਜ ਅਸੀਂ ਬਚਪਨ ਤੋਂ ਇਕੱਠੇ ਹੀ ਰਹੇ ਹਾਂ। ਅੱਛਾ, ਉੱਠ ਕੇ ਕਹਿੰਦੇ ਗਲਵੱਕੜੀ ਲੈ ਕੇ ਮਿਲੇ। ਫਿਰ ਕਹਿਣ ਲੱਗੇ ਭਾਈ ਕੀ ਨਾਂ ਤੇਰਾ? ਨਾਂ ਜੀ ਮੇਰਾ ਬਾਲਾ। ਕਹਿੰਦੇ ਅੱਛਾ, ਕਿੰਨਾ ਕੁ ਫਰਕ ਹੈ ਉਮਰ ਦਾ? ਕਹਿੰਦੀ 3 ਸਾਲ ਦਾ ਫਰਕ ਹੈ ਬਸ ਸਾਡਾ ਆਪਸ ਵਿੱਚ। ਫਿਰ ਕਿ ਮੈਂ ਬਚਪਨ ਦੋਸਤ ਮਿੱਤਰ ਸੀ, ਇਕੱਠੇ ਅਸੀਂ ਵਿਚਰਦੇ ਰਹੇ ਉਦਾਸੀਆਂ ਦੌਰਾਨ ਵੀ। ਕਹਿੰਦੇ ਫਿਰ ਤਾਂ ਉਹਨਾਂ ਦੀਆਂ ਕਹਾਣੀਆਂ ਸੁਣਾਓ। ਕਹਿੰਦੇ ਜੀ ਮੈਂ ਸੁਣਾ ਦੇਵਾਂਗਾ। ਕੁਝ ਸੁਣਾਈਆਂ, ਰਾਤ ਲੰਘੀ, ਦੂਜੇ ਦਿਨ ਕਹਿੰਦੇ ਇੱਦਾਂ ਨਹੀਂ, ਸਿਰੇ ਤੋਂ ਲੈ ਕੇ ਸੁਣਾਓ, ਜਨਮ ਤੋਂ ਲੈ ਕੇ। ਫਿਰ ਜਨਮ ਪੱਤਰੀ ਵੀ ਲਿਖਾਉਣੀ ਕੀਤੀ, ਕਿਵੇਂ ਜਨਮ ਹੋਇਆ। ਉਹ ਸਾਰੀਆਂ ਸਾਖੀਆਂ ਭਾਈ ਬਾਲਾ ਜੀ ਨੇ ਉਚਾਰਨ ਕੀਤੀਆਂ। ਇਸ ਕਰਕੇ ਬਾਰ-ਬਾਰ ਭਾਈ ਬਾਲਾ ਜੀ ਸੰਬੋਧਨ ਕਰਦੇ ਹਨ ਗੁਰੂ ਅੰਗਦ ਦੇਵ ਜੀ ਨੂੰ ਕਈ ਥਾਵਾਂ 'ਤੇ। ਆਓ ਅੰਗਦ ਦੇਵ ਜੀ ਉਹਨਾਂ ਦੀ ਅਗਲੀ ਕਥਾ ਸਰਵਣ ਕਰੀਏ ਆਪਾਂ। ਇੱਥੇ ਵੀ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਜੀ ਨੂੰ ਸੰਬੋਧਨ ਕਰਕੇ ਕਰਤਾਰ ਪੁਰਖ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ, ਆਪਣੇ ਭਗਤਾਂ ਦੇ ਸਦਾ ਮਨ ਪ੍ਰਸੰਨ ਕਰਨ ਵਾਲੇ, ਵਾਹਿਗੁਰੂ ਦੇ ਦਰਬਾਰ 'ਚੋਂ ਅਕਾਲ ਪੁਰਖ ਦੇ ਕੋਲੋਂ ਉਹਨਾਂ ਦਾ ਸਰਗੁਣ ਸਰੂਪ ਗੁਰੂ ਨਾਨਕ ਦੇਵ ਜੀ ਵੱਡਾ ਹੋ ਕੇ ਵਾਪਸ ਮੁੜੇ ਸੰਸਾਰ ਦੇ ਸਿੱਖਾਂ ਨੂੰ ਸੁੱਖ ਦੇਣ ਲਈ ਜੀ। ਸ੍ਰੀ ਅੰਗਦ ਸੁਣੀਏ ਇਤਿਹਾਸਾ, ਹਮਰੇ ਢਿੱਗ ਆਏ ਸੁਖ ਰਾਸਾ। ਸੋ ਭਾਈ ਬਾਲਾ ਜੀ ਕਹਿ ਰਹੇ ਆ ਮਹਾਰਾਜ ਇਸ ਤਰ੍ਹਾਂ ਅਸੀਂ ਧਰੂ ਕੋਲ ਬੈਠੇ ਸਾਂ ਤੇ ਉੱਥੇ ਧੰਨ ਗੁਰੂ ਨਾਨਕ ਦੇਵ ਜੀ ਸਾਡੇ ਕੋਲ ਵਾਪਸ ਆ ਗਏ ਹਨ। ਧਰੁਵ ਮੰਡਲ ਜੋ ਹੁਤੋ ਸੁਹਾਵਾ, ਤਹ ਤੇ ਹਮਕੋ ਸੰਗਰ ਲਾਵਾ। ਔਰ ਧਰੂ ਮੰਡਲ ਤੋਂ ਸਾਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਨਾਲ ਲਿਆ ਹੈ ਜੀ। ਧਰੂ ਅਬ ਲੋਕੇ ਆਵਤ ਜਬ ਹੀ, ਨਮੋ ਪਰਸ ਪਰ ਕੀਏ ਮਿਲ ਤਬ ਹੀ। ਤੇ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਵਾਪਸ ਧਰੂ ਦੇ ਸਥਾਨ ਵੱਲ ਆਏ ਤੇ ਧਰੂ ਜੀ ਨੇ ਵੀ ਉੱਠ ਕਰਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ
ਨਮਸਕਾਰ ਕੀਤੀ ਹੈ। ਦੂਜਨ ਲਗਿਓ ਪਤੇ ਪੁਨ ਸੋ ਜਹਾਂ ਨ ਪਹੁੰਚ ਸਕਿਓ ਕਬ ਕੋ। ਹੁਣ ਧਰੂਪ ਭਗਤ ਪੁੱਛਣ ਲੱਗੇ ਮਹਾਰਾਜ ਗਾਹਾਂ ਤੁਸੀਂ ਕਿੱਥੇ ਗਏ ਸੀ? ਕਹਿੰਦੇ ਪਰਮੇਸ਼ਰ ਦੇ ਕੋਲ। ਮਹਾਰਾਜ ਉੱਥੋਂ ਦੀ ਕੋਈ ਖਬਰ ਸੁਣਾਓ, ਕਿਉਂਕਿ ਉੱਥੇ ਕੋਈ ਜਾ ਨਹੀਂ ਸਕਦਾ, ਇੱਕ ਤੁਸੀਂ ਗਏ ਹੋ। ਸੱਚਖੰਡ ਕੀ ਦੇਹੋ ਨਿਸ਼ਾਨੀ ਕੈਸਾ ਦੇਖਿਓ ਪ੍ਰਭ ਨਿਰਬਾਨੀ। ਮਹਾਰਾਜ ਆਪ ਜੀ ਨੇ ਉਹ ਸੱਚਖੰਡ ਕੈਸਾ ਦੇਖਿਆ ਹੈ, ਨਿਰਵਾਣ ਆਪਣੀ ਬਚਨਾਂ ਦੇ ਨਾਲ ਸਾਨੂੰ ਦੱਸਣਾ ਕਰੋ। ਕੌਨੈ ਰੂਪ ਰੰਗ ਕੈ ਤਿਨ ਕੋ ਦਰਸ਼ਨ ਜਾਏ ਕੀਨ ਤੁਮ ਜਿਨ ਕੋ। ਕਿਹੋ ਜਿਹਾ ਰੂਪ ਹੈ, ਕਿਹੋ ਜਿਹਾ ਰੰਗ ਹੈ, ਜਿਨ੍ਹਾਂ ਦੇ ਜਾ ਕੇ ਤੁਸੀਂ ਦਰਸ਼ਨ ਕੀਤੇ ਹੋ। ਪਰਮੇਸ਼ਰ ਦੇ ਬਾਰੇ ਕੁਝ ਦੱਸ ਦਿਓ। ਆਗੇ ਭਈ ਨ ਕਬਹੀ ਐਸੇ ਦੇਹ ਸਮੇਤ ਗਏ ਟਿਗ ਜੈਸੇ। ਅੱਜ ਤੱਕ ਕੋਈ ਵੀ ਇਦੋਂ ਅੱਗੇ ਨਹੀਂ ਲੰਘਿਆਗਾ ਪਰਮੇਸ਼ਰ ਵੱਲ ਸਮੇਤ ਸਰੀਰ ਦੇ। ਤਮ ਭਗਤ ਧਰੁਵ ਤੁਮ ਸੁਣੀਏ ਰੂਪ ਰੰਗ ਤਿਨ ਕੋ ਨਹਿ ਗੁਨੀਏ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਭਗਤ ਧਰੁਵ ਜੀ ਤੁਸੀਂ ਤਾਂ ਬਹੁਤ ਸਿਆਣੇ ਹੋ। ਉਹਨਾਂ ਦਾ ਸੰਸਾਰੀ ਤੌਰ ਤੇ ਕੋਈ ਰੰਗ ਰੂਪ ਨਹੀਂ ਹੈਗਾ। ਭਗਤਨ ਧਿਆਨ ਹੇਤ ਬਿਨ ਜਾਉਨਾ ਸੋਹਤ ਸ਼ਾਮ ਸਰੂਪ ਸਲੋਨਾ। ਤੇ ਜਿਹੜੇ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਨੂੰ ਆਰਾਧਨ ਵਾਲੇ ਭਗਤ ਜਨ ਹਨ, ਜਦੋਂ ਧਿਆਨ ਧਰਦੇ ਐ ਉਹਨਾਂ ਨੂੰ ਉਹ ਸ਼ਿਆਮ ਨੀਲਾ ਕਾਲਾ ਸਰੂਪ ਬੜਾ ਸੁੰਦਰ ਲੱਗਦਾ ਹੈ। ਕ੍ਰਿਸ਼ਨ ਜੀ ਦੇ ਵੀ ਦੁਨੀਆ ਵਿੱਚ ਦੋ ਰੂਪ ਦਿਖਾਏ ਗਏ, ਇੱਕ ਬਹੁਤ ਗੋਰਾ ਇੱਕ ਬਹੁਤ ਕਾਲਾ। ਤਾਂ ਇਸ ਤਰ੍ਹਾਂ ਅਸਲ ਦੇ ਵਿੱਚ ਪਰਮੇਸ਼ਰ ਦੇ ਦੋਨੇ ਹੀ ਰੰਗ ਹਨ। ਜਿਸ ਤਰ੍ਹਾਂ ਜਾਪ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਪ੍ਰਕਾਸ਼ ਵੀ ਹੈ ਤੇ ਹਨੇਰੇ ਵਿੱਚ ਵੀ ਤੂੰ ਹੀ ਹੈ, ਕਾਲੇ ਵਿੱਚ ਵੀ ਤੂੰ ਹੈ, ਗੋਰੇ ਵਿੱਚ ਵੀ ਤੂੰ ਹੈ। ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ। ਤੂੰ ਇਸ ਤਰ੍ਹਾਂ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਜਾਪ ਸਾਹਿਬ। ਇੱਥੇ ਵੀ ਭਾਈ ਸਾਹਿਬ ਇਹੀ ਲਿਖਦੇ ਹਨ ਕਿ ਉਸ ਦਾ ਸੁੰਦਰ ਸ਼ਿਆਮ ਸਰੂਪ ਸਲੋਣਾ ਸਭ ਨੂੰ ਮੋਹ ਲੈਣ ਵਾਲਾ ਬੜਾ ਸੁੰਦਰ ਹੈ। ਸਾਸ ਸਵੇਤਾ ਕੋਟਿਕ ਉਜਿਆਰਾ ਬ੍ਰਹਮਾਦਿਕ ਜੇ ਪਾਏ ਨ ਪਾਰਾ। ਕਹਿਣ ਲੱਗੇ ਉਹ ਕਰੋੜਾਂ ਚੰਦਰਮਾ ਸੂਰਜਾਂ ਦਾ ਉੱਥੇ ਪ੍ਰਕਾਸ਼ ਹੈ, ਉਸ ਦਾ ਬ੍ਰਹਮਾ ਵਰਗੇ ਵਿਸ਼ਨੂੰ ਵਰਗੇ ਵੀ ਅੰਤ ਨਹੀਂ ਪਾ ਸਕਦੇ। ਜਿਸ ਤਰ੍ਹਾਂ ਪਾਤਸ਼ਾਹ ਜੀ ਦਾ ਬਚਨ ਹੈ, ਪਾਰ ਬ੍ਰਹਮ ਕੀ ਦੇਹ ਮੋ ਕੋਟਿਕ ਵਿਸ਼ਨੂੰ ਮਹੇਸ਼। ਉਸ ਪਰਮੇਸ਼ਰ ਦੇ ਅੰਦਰ ਕਰੋੜਾਂ ਹੀ ਵਿਸ਼ਨੂੰ ਮਹੇਸ਼ ਸ਼ਿਵ ਵਰਗੇ ਸਮਾਏ ਹੋਏ ਹਨ। ਇਸ ਤਰ੍ਹਾਂ ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਕੋਟ ਕਾਮ ਕੀ ਸੁੰਦਰਤਾਈ ਇੱਕ ਨਖ ਕੀ ਨਾ ਕਰੇ ਸਮਤਾਈ। ਕਾਮ ਦੇਵਤਾ ਸਭ ਤੋਂ ਸੁੰਦਰ ਮੰਨਿਆ ਜਾਂਦਾ ਹੈ। ਇਸ ਕਰਕੇ ਕਹਿੰਦੇ ਇਹੋ ਜਿਹੇ ਕਰੋੜਾਂ ਕਾਮ ਦੇਵਤੇ ਮਿਲ ਜਾਣ ਤਾਂ ਉਹਦੇ ਇੱਕ ਨੌ ਬਰਾਬਰ ਨਹੀਂ ਪਹੁੰਚ ਸਕਦੇ। ਉਹ ਉਪਮਾ ਮੈਂ ਦੇਵੋਂ ਤਿਨ ਕੀ ਸਰਬਰ ਕੋਈ ਨਾ ਦੇਖੋ ਜਿਨ ਕੀ। ਦੱਸੋ ਧਰੂ ਜੀ ਮੈਂ ਉਹਨਾਂ ਦੀ ਉਪਮਾ ਤੁਹਾਨੂੰ ਕਿਵੇਂ ਦੱਸਾਂ ਜਿਨ੍ਹਾਂ ਦੇ ਬਰਾਬਰ ਸੰਸਾਰ ਵਿੱਚ ਕੁਝ ਦੱਸਣ ਜੋਗਾ ਹੈ ਹੀ ਨਹੀਂ। ਨਾਨਕ ਬ੍ਰਹਮੰਡ ਦੇਹ ਮਹਿ ਬਨੇ ਜਿਉ ਤਰਵਰ ਬਹੁ ਫਲ ਕੇ ਸਨੇ। ਕਹਿਣ ਲੱਗੇ ਉਸ ਦੇ ਸਰੀਰ ਅੰਦਰ, ਉਸ ਦੀ ਦੇਹ ਦੇ ਅੰਦਰ ਕਰੋੜਾਂ ਹੀ ਬ੍ਰਹਿਮੰਡ ਸਮਾਏ ਹੋਏ ਹਨ। ਉਹਨਾਂ ਕਰੋੜਾਂ ਬ੍ਰਹਿਮੰਡਾਂ ਵਿੱਚ ਬਹੁਤ ਫਲਾਂ ਦੇ ਭਰੇ ਹੋਏ ਦਰਖਤ ਲੱਗੇ ਹੋਏ ਹਨ। ਹੁਣ ਸਰੀਰ ਦੇ ਵਿੱਚ ਦਰਖਤ ਕਿਵੇਂ ਲੱਗਣਗੇ? ਫਿਰ ਦਰਖਤ ਕਿੱਥੇ ਲੱਗੇ ਹੋਏ ਆ? ਇਹਦਾ ਮਤਲਬ ਪਰਮੇਸ਼ਰ ਦਾ ਸਰੀਰ ਹੈ। ਤੇ ਦਰਖਤ ਕੁਦਰਤ ਵਿੱਚ ਲੱਗੇ ਹੋਏ ਹਨ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਗੁਰੂ ਨਾਨਕ ਦੇ ਬਚਨ ਸਾਇੰਟੀਫਿਕ ਹੈ। ਸਾਇੰਸ ਵੀ ਇਸ ਨੂੰ ਉਂਗਲ ਕਰਕੇ ਨਹੀਂ ਕਹਿ ਸਕਦੀ ਵੀ ਇਹ ਗਲਤ ਹੈ, ਕਿਉਂਕਿ ਇਹ ਸੰਸਾਰ ਜਿਹੜੀ ਸ੍ਰਿਸ਼ਟੀ ਹੈ, ਪਾਰ ਬ੍ਰਹਮ ਕੀ ਦੇਹ ਮੋ ਕੋਟਿਕ ਵਿਸ਼ਨੂੰ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋੜ ਜਲੇਸ। ਤਾਂ ਉਹ ਪਰਮੇਸ਼ਰ ਜਿਹੜਾ ਹੈ ਇਹ ਆਲ ਵਰਲਡ ਦੇ ਵਿੱਚ ਜਿਮੀ ਅਸਮਾਨ ਕੇ ਸਮਸਤ ਬੀਚ ਇੱਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ, ਨਾ ਬਾਦ ਘਾਟ ਹੋਤ ਹੈ। ਐਸਾ ਉਹ ਸਮਾਇਆ ਹੋਇਆ ਹੈ। ਮੈਂ ਉਹਦੇ ਬਾਰੇ ਕਿਆ ਦੱਸਾਂ ਜੀ। ਕਹਿਨ ਸੁਨਨ ਤੇ ਜਾਨ ਅਨੰਤਾ ਨਿਖਲ ਭਵਨ ਕੋ ਰਾਜਿਤ ਕੰਤਾ। ਧੰਨ ਗੁਰੂ ਨਾਨਕ ਦੇਵ ਜੀ ਧਰੂ ਜੀ ਨਾਲ ਵਿਚਾਰ ਕਰਦੇ ਹੋਏ ਕਹਿੰਦੇ, ਧਰੂ ਜੀ ਉਹ ਕਹਿਣ ਤੇ ਸੁਣਨ ਤੋਂ ਪਰੇ ਹੈ, ਬੇਅੰਤ ਹੈ। ਸਾਰੇ ਬ੍ਰਹਿਮੰਡਾਂ ਦੇ ਵਿੱਚ ਉਹ ਫੱਬ ਰਿਹਾ ਹੈ, ਸੰਸਾਰ ਦਾ ਮਾਲਕ ਬਣ ਕੇ ਜੀ। ਸਭਨ ਬਿਖੈ ਜਿਹੇ ਜੋਤ ਸਮਾਨੀ ਸਦਾ ਅਲੇਪ ਸਰਬ ਕੋ ਦਾਨੀ। ਉਹ ਹਰ ਥਾਂ ਤੇ ਹੈ, ਉਹਦੀ ਜੋਤ ਹਰ ਥਾਂ ਤੇ ਸਮਾਈ ਹੋਈ ਹੈ। ਵਿੱਚੇ ਰਹਿੰਦਾ ਹੋਇਆ ਨਿਰਲੇਪ ਵੀ ਹੈ।
ਦਾਤਾਂ ਵੀ ਦੇਣ ਵਾਲਾ ਉਹੀ ਹੈ ਦੁਨੀਆ ਨੂੰ। ਸੁਨ ਕੀਨੋ ਧਰੁਵ ਹਰਖ ਅਪਾਰਾ ਨਿਰੰਕਾਰ ਕੇ ਤੁਮ ਆਕਾਰਾ। ਵਾਕਿਆ ਇਹ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਤਾਂ ਧਰੂਵ ਜੀ ਕਹਿਣ ਲੱਗੇ ਜੀ ਹੋਰ ਕਿਆ ਨਿਰੰਕਾਰ ਹੋ, ਤੁਸੀਂ ਹੀ ਤਾਂ ਹੋ। ਬਾਬੇ ਨਾਨਕ ਜੀ ਨੂੰ ਕਹਿਣ ਲੱਗੇ, ਔਰ ਆਪਾਂ ਪਿੱਛੇ ਪੜ੍ਹਿਆ ਕਿ ਇੱਕ ਨਿਰਗੁਣ ਸਰੂਪ ਹੈ, ਇੱਕ ਸਰਗੁਣ ਸਰੂਪ ਹੈ, ਦੋਨੇ ਰੂਪ ਉਸੇ ਦੇ ਹਨ। ਕੁਦਰਤ ਕਰਕੇ ਵਸਿਆ ਸੋਏ, ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਜਾਂ ਪੀਪਾ ਜੀ ਵੀ ਕਹਿੰਦੇ ਹਨ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਇਸ ਕਰਕੇ ਉਹ ਜਿਹੜਾ ਹੈ ਆਲ ਵਰਲਡ ਦੇ ਵਿੱਚ ਹੀ ਸਮਾਇਆ ਹੋਇਆ ਹੈ। ਧਰੂਵ ਜੀ ਕਹਿੰਦੇ ਉਹ ਤੁਸੀਂ ਹੀ ਹੋ, ਹੋਰ ਕੋਈ ਨਹੀਂ। ਨਾਨਕ ਜੀ ਤੁਸੀਂ ਹੀ ਪਰਮੇਸ਼ਰ ਹੋ। ਨਿਸ਼ਚਾ ਮੋਹਿ ਅਦਕ ਅਤ ਗਾਡੂ ਗਾਡੂ, ਧਨ ਭਾਗ ਦੇਖਿਓ ਢਿੱਗ ਠਾਂਡੋ। ਮੈਨੂੰ ਪੂਰਨ ਭਰੋਸਾ ਹੈ ਕਿ ਤੁਸੀਂ ਹੀ ਰੱਬ ਹੋ। ਵੱਡੇ ਭਾਗ ਹੈ ਮੇਰੇ ਕਿ ਮੇਰੇ ਸਾਹਮਣੇ ਆ ਕੇ ਮੈਨੂੰ ਅੱਜ ਦਰਸ਼ਨ ਦਿੱਤੇ ਹਨ। ਕਲ ਮਹਿ ਨਾਮ ਕਰਹਿ ਉਪਦੇਸਾ, ਪਾਵਤ ਨਰ ਜੇ ਅਧਿਕ ਕਲੇਸ਼ਾ। ਇਹ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਤੁਸੀਂ ਹੀ ਨਾਮ ਦਾ ਉਪਦੇਸ਼ ਦੇ ਕੇ ਜੀਵਾਂ ਨੂੰ ਕਲੇਸ਼ਾਂ ਤੋਂ ਬਾਹਰ ਕੱਢਣ ਵਾਲੇ ਹੋ। ਸਹਿ ਨਾ ਸਕੇ ਤਿਨ ਕੋ ਦੁਖ ਭਾਰੀ, ਧਰਿਓ ਰੂਪ ਤੁਮ ਪਰ ਉਪਕਾਰੀ। ਤੁਸੀਂ ਹੀ ਤਾਂ ਆਪਣੀ ਸ੍ਰਿਸ਼ਟੀ ਦੇ ਦੁੱਖਾਂ ਨੂੰ ਝੱਲ ਨਹੀਂ ਸਕੇ, ਔਰ ਨਾਨਕ ਬਣ ਕੇ ਦੁਨੀਆ ਵਿੱਚ ਜਾਣਾ ਕੀਤਾ ਪਰ ਉਪਕਾਰ ਦੇ ਲਈ। ਦੀਨ ਬੰਦ ਹੋ ਦੀਨ ਦਇਆਲਾ, ਦੀਨਾ ਨਾਥ ਹੈ ਨਾਮ ਵਿਸਾਲਾ। ਤੁਸੀਂ ਹੀ ਗਰੀਬਾਂ ਦੇ ਸੰਬੰਧੀ ਹੋ, ਦਿਆਲੂ ਕਿਰਪਾਲੂ ਹੋ, ਦੀਨਾਂ ਦੇ ਗਰੀਬਾਂ ਦੇ ਮਾਲਕ ਹੋ। ਤੁਹਾਡਾ ਹੀ ਨਾਮ ਜਿਹੜਾ ਹੈ ਸੰਸਾਰ ਵਿੱਚ ਵਿਸ਼ਾਲ ਹੈ। ਦਾਨ ਦੇਣ ਵਾਲੇ ਦਾਤੇ ਤੁਸੀਂ ਹੋ। ਉਸਤਤ ਕੇ ਬਚ ਇਉਂ ਕਹਿ ਸੁਨ ਕੈ, ਬੈਸੇ ਕਿਤਕ ਕਾਲ ਜਨ ਗੁਰ ਕੈ। ਇਸ ਤਰ੍ਹਾਂ ਸਿਫਤਾਂ ਕਰਦੇ ਹੋਏ ਧੰਨ ਗੁਰੂ ਨਾਨਕ ਦੇਵ ਜੀ ਦੀਆਂ, ਧਰੂਵ ਜੀ ਤੇ ਨਾਨਕ ਜੀ ਧਰੂਵ ਜੀ ਦੀਆਂ ਕਰੀਆਂ। ਤੁਸੀਂ ਵੀ ਕਿਹੜੇ ਘੱਟ ਹੋ, ਤੁਸੀਂ ਵੀ ਪਰਮੇਸ਼ਰ ਦੇ ਰੂਪ ਹੋ, ਕਿਉਂਕਿ ਉਹ ਤਾਂ ਹਰ ਥਾਂ ਤੇ ਵਸਦਾ ਹੈ। ਇਸ ਤਰ੍ਹਾਂ ਕਿੰਨਾ ਕੁ ਚਿਰ ਇਸ ਤਰ੍ਹਾਂ ਬਚਨ ਵਿਲਾਸ ਕਰਦੇ ਰਹੇ ਜੀ। ਬੋਲੇ ਬਹੁਰ ਸੁਨੋ ਧਰੁਵ ਪਿਆਰੀ, ਅਬ ਚੱਲਨੇ ਕੀ ਜਾਹੇ ਹਮਾਰੇ। ਫਿਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਚੰਗਾ ਧਰੂਵ ਜੀ, ਹੁਣ ਸਾਡੀ ਜਾਣ ਦੀ ਇੱਛਾ ਹੈ, ਸਾਨੂੰ ਆਗਿਆ ਬਖਸ਼ੋ ਜੀ। ਕਰਨੇ ਕਾਜ ਜਾਏ ਤਲ ਛੋਨੀ, ਆਇਸ ਦੇਹੋ ਤਵ ਕੀਰਤ ਨੋਨੀ। ਔਰ ਅਸੀਂ ਦੁਨੀਆ ਉੱਤੇ ਛਾਉਣੀ ਕਹਿੰਦੇ ਆ ਧਰਤੀ ਨੂੰ, ਅਸੀਂ ਧਰਤੀ ਤੇ ਜਾ ਕੇ ਕਈ ਕੰਮ ਕਰਨੇ ਹਨ। ਆਗਿਆ ਦਿਓ, ਤੁਹਾਡੀ ਵੀ ਸਿਫਤ ਘੱਟ ਨਹੀਂ ਹੈ। ਧਰੁਵ ਸੁਨ ਕੈ ਇਬ ਬਚਨ ਉਚਾਰਾ, ਆਇਸ ਸਦਾ ਤੁਮ ਹੈ ਕਰਤਾਰਾ। ਧਰੂਵ ਜੀ ਕਹਿੰਦੇ, ਵਾਹ ਮਹਾਰਾਜ, ਤੁਹਾਨੂੰ ਤਾਂ ਹਮੇਸ਼ਾ ਹੀ ਪਰਮੇਸ਼ਰ ਦੀ ਆਗਿਆ ਹੈ, ਉਹਦਾ ਹੁਕਮ ਹੈ। ਵਿਚਰੋ ਜਹੈ ਇੱਛਾ ਉਰ ਤੇਰੇ, ਕਲਮਲ ਨਸ ਹੈ ਦਰਸ਼ਨ ਹੀਰੇ। ਜਾਓ ਮਹਾਰਾਜ ਜਾਓ, ਜਿੱਥੇ ਤੁਹਾਡੀ ਇੱਛਾ ਹੈ ਖੁੱਲੇ ਵਿਚਰੋ। ਤੁਹਾਡੇ ਤਾਂ ਦਰਸ਼ਨ ਕਰਦਿਆਂ ਪਾਪਾਂ ਦਾ ਨਾਸ ਹੋ ਜਾਣਾ। ਕਰੀ ਪਰਸ ਪਰ ਤਬ ਹੀ ਬੰਦਨ, ਤਹਿ ਤੇ ਗਮਨੇ ਦੁਖ ਨਿਕੰਦਨ। ਇਉਂ ਆਪਸ ਵਿੱਚ ਇੱਕ ਦੂਸਰੇ ਨੂੰ ਨਮਸਕਾਰ ਕੀਤੀ ਹੈ। ਬਾਬਾ ਨਾਨਕ ਜੀ ਧਰੂਵ ਦਾ ਸਤਿਕਾਰ ਕਰਦੇ ਹੈ। ਧਰੂਵ ਗੁਰੂ ਨਾਨਕ ਦੇਵ ਦਾ ਸਤਿਕਾਰ ਕਰਕੇ ਉੱਥੋਂ ਚੱਲ ਪਏ ਜੀ। ਕਿਤਕ ਦੂਰ ਤਬ ਹੀ ਚਲ ਆਏ, ਮਰਦਾਨੇ ਤਬ ਬੈਨ ਅਲਾਈ। ਤਾਂ ਉੱਥੋਂ ਚੱਲ ਪਏ। ਚੱਲਦੇ ਚੱਲਦੇ ਫਿਰ ਭਾਈ ਮਰਦਾਨਾ ਜੀ ਨੂੰ ਸਮਾਂ ਮਿਲਿਆ ਗੱਲਬਾਤ ਕਰਨ ਦਾ। ਕੀ ਕਹਿੰਦੇ ਐ? ਚੇਤੇ ਨਭ ਚਰ ਹੈ ਨਭ ਮਾਹੀ, ਧਰੁਵ ਮੰਡਲ ਸਭ ਤੇ ਉਰਤਾਹੀ। ਮਹਾਰਾਜ ਜੀ, ਆਕਾਸ਼ ਦੇ ਵਿੱਚ ਜਿੰਨੇ ਬ੍ਰਹਿਮੰਡ ਹਨ, ਮੰਗਲ ਬੁੱਧ ਵਰਗੇ ਨਾ, ਤਾਂ ਇਹ ਜਿਹੜਾ ਧਰੂਵ ਹੈ ਇਹਨਾਂ ਸਾਰਿਆਂ ਤੋਂ ਉੱਤੇ ਹੈ ਗੁਰੂ ਪਿਆਰਿਓ। ਤੇ ਇਹ ਸਮਝ ਲਓ ਵੀ ਬਾਬਾ ਨਾਨਕ ਜੀ ਸਮੇਤ ਸਰੀਰ ਯਾਤਰਾ ਉਦਾਸੀ ਕਰਦੇ ਹੋਏ ਸੁਮੇਰ ਪਰਬਤ ਪਹਾੜਾਂ ਤੋਂ ਚੜ੍ਹ ਕਰਕੇ ਇੰਨੇ ਉੱਚੇ ਚਲੇ ਗਏ ਕਿ ਇਹ ਮੰਗਲ ਬੁੱਧ ਵਰਗੇ ਸਾਰੇ ਗ੍ਰਹਿ ਥੱਲੇ ਰਹਿ ਗਏ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਧਰੂਵ ਮੰਡਲ ਸਭ ਤੋਂ ਉੱਚਾ ਹੈ। ਭੂਤਲ ਤੇ ਊਰਦ ਹੈ ਜੇਤੂ, ਮੁਝੇ ਬਤਾਵੋ ਸ਼੍ਰੀ ਪ੍ਰਭ ਤੇਤੂ। ਮਹਾਰਾਜ ਜੀ ਇਹ ਧਰਤੀ ਤੋਂ ਕਿੰਨਾ ਕੁ ਉੱਚਾ ਹੈ, ਮੈਨੂੰ ਦੱਸਣਾ ਕਰੋ ਜੀ। ਆਮ ਸੇ ਅਲਪਨ ਕੋ ਇਹ ਥਾਨਾ, ਤੁਮ ਬਿਨ ਕੌਣ ਦਿਖਾਈ ਮਹਾਨਾ। ਇਹ 'ਚ ਕੋਈ ਸ਼ੱਕ ਨਹੀਂਗਾ। ਭਾਈ ਮਰਦਾਨਾ ਜੀ ਕਹਿੰਦੇ, ਸਾਡੇ ਵਰਗਿਆਂ ਨੂੰ ਇੱਥੇ ਕੌਣ ਆਉਣ ਦਿੰਦਾ ਮਹਾਰਾਜ?
ਇਹ ਤਾਂ ਤੁਸੀਂ ਕਿਰਪਾ ਕੀਤੀ, ਸਾਨੂੰ ਨਾਲ ਲਿਆਂਦਾ, ਇੰਨਾ ਉੱਚਾ ਲਿਆ ਕੇ ਇਹ ਟਿਕਾਣੇ ਉਤਲੇ ਦਿਖਾਏ ਸਾਨੂੰ, ਨਹੀਂ ਸਾਨੂੰ ਨਿਮਾਣਿਆਂ ਨੂੰ ਕਿਹਨੇ ਵਿਖਾਉਣਾ ਸੀ। ਸ੍ਰੀ ਗੁਰ ਕਹੈ ਸੁਨੋ ਮਰਦਾਨੇ, ਧਰੁਵ ਮੰਡਲ ਜੇ ਤੋਕ ਪਰਮਾਨੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਇਹ ਧਰੂ ਜਿਹੜਾ ਹੈ ਧਰਤੀ ਤੋਂ ਕਿੰਨਾ ਉੱਚਾ ਹੈ? 39 ਲੱਖ ਜੋਜਨ ਉੱਚਾ, ਇਸ ਕੀ ਸਰਬਰ ਕੋ ਨ ਪਹੁੰਚਾ। ਇਹ 39 ਲੱਖ ਜੋਜਨ ਉੱਚਾ ਹੈ, ਇਹਦੇ ਬਰਾਬਰ ਕੋਈ ਨਹੀਂ ਪਹੁੰਚਿਆ। ਵੈਸੇ ਵੀ ਕਹਿੰਦੇ ਆ ਕਿ ਧਰੂ ਦੀ ਭਗਤੀ ਸਭ ਤੋਂ ਉੱਤੇ ਹੈ, ਬਾਕੀ ਇਹ ਵੀ ਕਹਿੰਦੇ ਆ ਕਿ ਸਾਰੇ ਤਾਰਿਆਂ ਮੰਡਲ ਤੋਂ ਧਰੂ ਤਾਰਾ ਸਭ ਤੋਂ ਉੱਤੇ ਹੈ। ਇਸ ਕਰਕੇ ਉਹ ਧਰੂ ਦਾ ਜਿਹੜਾ ਮੰਡਲ ਹੈ, ਜਿਸ ਤੋਂ ਅੱਗੇ ਸੱਚਖੰਡ ਹੈ, ਕਹਿੰਦੇ ਧਰੂ ਤੋਂ ਉੱਤੇ ਕੋਈ ਨਹੀਂ ਗਿਆ। ਇਹ 39 ਲੱਖ ਜੋਜਨ ਉੱਚਾ ਹੈ। ਪ੍ਰਭੂ ਜੀ ਮੁਝ ਇੱਕ ਆਵਰ ਬਤਾਊ, ਲਖ ਅਜਾਨ ਨਹਿ ਮਨ ਖੁਨਸਾਵੋ। ਨਾਲੇ ਮਰਦਾਨਾ ਡਰਦਾ ਡਰਦਾ ਵਿੱਚ ਦੀ ਮਾਫੀ ਮੰਗ ਜਾਂਦਾ ਹੈ, ਕਹਿੰਦੇ ਮਹਾਰਾਜ ਗੁੱਸਾ ਨਾ ਕਰ ਜਿਓ, ਮੈਂ ਇੱਕ ਗੱਲ ਹੋਰ ਪੁੱਛਦਾ, ਇਹ ਵੀ ਦੱਸ ਦਿਓ। ਧਰੁਵ ਮੰਡਲ ਤੇ ਗਏ ਅਗਾਰੀ, ਕੀਤੀ ਦੂਰ ਕਹੋ ਸੁਖਕਾਰੀ। ਮਹਾਰਾਜ ਤੁਸੀਂ ਧਰੂ ਮੰਡਲ ਤੋਂ ਗਾਹਾਂ ਕਿੰਨੀ ਕੁ ਦੂਰ ਗਏ ਸੀ? ਅਪਰਮਾਨ ਸੋ ਸੁਨ ਮਰਦਾਨੇ, ਤੇਹ ਕੀ ਗਿਣਤੀ ਹਵੈ ਨਾ ਬਖਾਨੇ। ਕਿੰਨਾ ਗਾਹਾਂ ਗਏ ਸੀ? ਬਾਬਾ ਜੀ ਕਹਿੰਦੇ ਮਰਦਾਨਿਆਂ ਉਸ ਦਾ ਕੋਈ ਅੰਦਾਜ਼ਾ ਨਹੀਂ ਹੈ, ਮੈਂ ਦੱਸ ਨਹੀਂ ਸਕਦਾ ਜੀ। ਨਾਮ ਅਨੰਤ ਅਲੇਖ ਅਪਾਰ, ਬ੍ਰਹਮਾਦਿਕ ਇਉ ਕਰਤ ਉਚਾਰਾ। ਬ੍ਰਹਮਾ ਵਰਗਿਆਂ ਨੇ ਉਸ ਨੂੰ ਅਨੰਤ ਅਲਖ ਬੇਅੰਤ ਆਦਿ ਕਿਹਾ। ਦਇਆ ਧਾਰ ਦਿਖ ਰਾਵਹਿ ਜੇਤੂ, ਕਰਿਓ ਜੰਤ ਦੇਖਹਿ ਤੇਤੋ। ਇਹ ਤਾਂ ਪਰਮੇਸ਼ਰ ਹੀ ਕਿਰਪਾ ਕਰਦਾ, ਜਿੰਨਾ ਕਿਸੇ ਨੂੰ ਉਹ ਦਿਖਾ ਦਿੰਦਾ ਹੈ ਉਹਨਾਂ ਕੁ ਦੇਖ ਲੈਂਦਾ ਹੈ ਜੀ। ਊੜਕ ਕਹੂ ਨਾ ਪਾਇਓ ਕਾਹੂ, ਸਰਬ ਅਨੰਤ ਕਹਿ ਮਿਲਤਾਹੂ। ਉਸ ਦਾ ਅੰਤ ਕਿਸੇ ਨੇ ਨਹੀਂ ਪਾਇਆ, ਸਾਰੇ ਉਸ ਨੂੰ ਅਨੰਤ ਅਨੰਤ ਹੀ ਕਹਿ ਰਹੇ ਹਨ। ਧੰਨ ਧੰਨ ਭਾਖੈ ਮਰਦਾਨਾ, ਕਹੋ ਸਤ ਤੁਮ ਮਹਾ ਨਿਧਾਨਾ। ਮਾਇਆ ਮਾਇਆ ਕਹਿੰਦੇ ਆ ਕਿਰਪਾ ਨੂੰ, ਹੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚ ਹੈ, ਤੁਸੀਂ ਸੱਚ ਹੀ ਕਹਿੰਦੇ ਹੋ। ਨਿਰੰਕਾਰ ਤੁਮ ਮਹਿ ਨਹਿ ਭੇਦਾ, ਕਾਰਨ ਕਰਨ ਅਕਾਲ ਅਛੇਦਾ। ਤੁਹਾਡੇ ਵਿੱਚ ਤੇ ਨਿਰੰਕਾਰ ਵਿੱਚ ਕੋਈ ਫਰਕ ਨਹੀਂ, ਤੁਸੀਂ ਹੀ ਸਾਡੇ ਵਾਸਤੇ ਨਿਰੰਕਾਰ ਦੇ ਰੂਪ ਹੋ। ਇੱਥੇ ਹੀ ਮਰਦਾਨਾ ਜੀ ਪੁੱਛਦੇ ਆ ਮਹਾਰਾਜ ਫਿਰ ਤੁਸੀਂ ਅੱਗੇ ਇਕੱਲੇ ਚਲੇ ਗਏ, ਸਾਨੂੰ ਕਿਉਂ ਨਹੀਂ ਲੈ ਕੇ ਗਏ? ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆਂ ਤੈਨੂੰ ਜਾਣ ਕੇ ਨਹੀਂ ਲੱਗਿਆ। ਕਿਉਂ ਮਹਾਰਾਜ ਸਾਨੂੰ ਕਿਉਂ ਨਹੀਂ ਲੈ ਕੇ ਗਏ? ਜਿਉਂ ਸਾਨੂੰ ਪੰਜਾਬ ਤੋਂ ਨਾਲ ਲਿਆ ਮਾਤਲੋਕ ਚੋਂ, ਤੇ ਇੱਥੇ ਲੈ ਕੇ ਨਹੀਂ ਗਏ ਸੱਚਖੰਡ ਸਾਨੂੰ। ਪਾਤਸ਼ਾਹ ਕਹਿੰਦੇ ਜਾਣ ਕੇ ਨਹੀਂ ਲੈ ਕੇ ਗਿਆ। ਕਿਉਂ ਮਹਾਰਾਜ? ਕਹਿੰਦੇ ਮਰਦਾਨਿਆਂ ਤੂੰ ਰਬਾਬ ਵਧੀਆ ਵਜਾਉਣਾ, ਤੇਰੇ ਬਿਨਾ ਮੇਰਾ ਸਰਦਾ ਨਹੀਂਗਾ। ਪਰਮੇਸ਼ਰ ਨੇ ਪੁੱਛਣਾ ਸੀਗਾ ਵੀ ਇਹ ਨਾਲ ਕੌਣ ਹੈ, ਤੇ ਮੈਂ ਕਹਿ ਦੇਣਾ ਸੀਗਾ ਜੀ ਮੇਰਾ ਰਬਾਬੀ ਹੈ ਇਹ। ਤੇ ਪਰਮੇਸ਼ਰ ਜੇ ਕਹਿ ਦਿੰਦੇ ਵੀ ਰਬਾਬ ਵਜਾ ਕੇ ਵਿਖਾ, ਤੇ ਤੂੰ ਵਜਾ ਕੇ ਵਿਖਾਉਣੀ ਸੀ, ਤੇ ਉਹਨਾਂ ਨੂੰ ਪਸੰਦ ਆ ਜਾਣ, ਤੈਨੂੰ ਉੱਥੇ ਹੀ ਰੱਖ ਲੈਣਾ ਸੀਗਾ। ਤੇ ਫਿਰ ਮੈਂ ਕੀ ਕਰਦਾ? ਕਹਿੰਦੇ ਜੀ ਫੇਰ ਤਾਂ ਠੀਕ ਕੀਤਾ, ਚਲ ਆਈ ਠੀਕ ਆ। ਤਾਂ ਉੱਥੋਂ ਹੁਣ ਮਰਦਾਨਾ ਜੀ ਪੁੱਛਦੇ ਹਨ ਕਿ ਮਹਾਰਾਜ ਤੁਹਾਡੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਤ ਨਹੀਂ ਜੀ। ਆਪ ਭੂਤਲ ਕੋ ਆਪ ਪਧਾਰੇ, ਕੌਣ ਦੇਸ਼ ਆਏ ਪੰਥ ਅਗਾਰੇ। ਹੁਣ ਤੁਸੀਂ ਸੱਚਖੰਡ ਚੋਂ ਥੱਲੇ ਚੱਲੇ ਹੋ, ਭੂਤਲ ਧਰਤੀ ਵੱਲ ਨੂੰ ਚੱਲੇ ਹੋ। ਆਪਾਂ ਜਿੱਥੇ ਉਤਰਾਂਗੇ ਕਿਹੜਾ ਦੇਸ਼ ਆਵੇਗਾ? ਇਤਕ ਦੇਸ਼ ਮਹਿ ਚਲਹੁ ਗੁਸਾਈ, ਸੁਨ ਕਰ ਸ੍ਰੀ ਗੁਰਾ ਗਿਰਾ ਅਲਾਈ। ਔਰ ਪੁੱਛਦੇ ਹਨ ਕਿ ਮਹਾਰਾਜ ਕਿੰਨੀ ਕੁ ਸਮੇਂ ਤੋਂ ਬਾਅਦ ਅਗਲਾ ਦੇਸ਼ ਆ ਜਾਵੇਗਾ? ਦੋਹਰਾ ਸੁੰਦਰ ਸੂਰਤ ਬੰਦਰ ਆਵਈ, ਨਕਟਾ ਚਪਟਾ ਫੇਰ, ਮਛਲੀ ਬੰਦਰ ਜਾਏ ਪੁਨ, ਸੀਗਰ ਕਰੈ ਨਾ ਦੇਰ। ਤੋਂ ਬੜੀਆਂ ਇੱਥੇ ਗੁੱਝੀਆਂ ਗੱਲਾਂ ਵੀ ਹੈ ਗੁਰੂ ਪਿਆਰਿਓ, ਤੇ ਧਰਤੀ ਦਾ ਵੀ ਵਰਣਨ ਹੈ ਇੱਥੇ। ਕਹਿੰਦੇ ਪਹਿਲਾਂ ਆਵੇਗੀ ਸੂਰਤ ਬੰਦਰਗਾਹ, ਤੇ ਫਿਰ ਆਊਗੀ ਨਕਟਾ ਚਪਟਾ ਬੰਦਰਗਾਹ, ਔਰ ਫਿਰ ਆਵੇਗੀ ਮਛਲੀ ਬੰਦਰਗਾਹ। ਇਹ ਬੰਦਰ ਦਾ ਭਾਵ ਬੰਦਰਗਾਹਾਂ ਹਨ। ਹੁਣ ਇੱਥੇ ਗੁਰੂ ਪਿਆਰਿਓ ਦੂਸਰਾ ਇਹਦਾ ਅਰਥ ਬਣਦਾ ਹੈ ਕਿ ਜਦੋਂ ਮਨੁੱਖ ਸਿਮਰਨ ਦੇ ਵਿੱਚ ਚਲਿਆ ਜਾਂਦਾ ਹੈ ਆਪਣੇ ਅੰਦਰ, ਤੇ ਮਨੁੱਖ ਦੇ ਅੰਦਰ ਵੀ ਸੱਚਖੰਡ ਹੈ। ਮੈਂ ਪਹਿਲਾਂ ਬੇਨਤੀ ਕੀਤੀ ਇੱਕ ਸੱਚਖੰਡ ਦਰਬਾਰ ਸਾਹਿਬ 'ਚ ਹੈ, ਜਿੱਥੇ ਕੇਵਲ ਤੇ ਕੇਵਲ ਸੱਚ ਦੀ ਬਾਣੀ ਗੁਰਬਾਣੀ ਦਾ ਵਿਰਾਜਮਾਨ ਹੈ।
ਇੱਕ ਸੱਚਖੰਡ ਪਰਮੇਸ਼ਰ ਦਾ ਜਿੱਥੇ ਉਹ ਸੱਚਾ ਆ ਵਸਦਾ ਹੈ, ਤੇ ਇੱਕ ਸੱਚਖੰਡ ਹਰੇਕ ਮਨੁੱਖ ਦੇ 10ਵੇਂ ਦਵਾਰ 'ਚ ਅੰਦਰ ਬਣਾਇਆ ਹੋਇਆ ਹੈ। ਜਦੋਂ ਮਨੁੱਖ ਸਿਮਰਨ ਕਰਦਾ ਹੋਇਆ ਆਪਣੇ ਅੰਦਰ ਜਾਂਦਾ ਹੈ ਉਹ ਸੱਚਖੰਡ ਦੇ ਵਿੱਚ, ਤੇ ਜੋ ਮਰਦਾਨਾ ਪੁੱਛਦਾ ਜੀ ਕਿੰਨੀ ਕੁ ਦੂਰ ਸੀਗਾ, ਤੇ ਪਾਤਸ਼ਾਹ ਕਹਿੰਦੀ ਉਹ ਬੜਾ ਬੇਅੰਤ ਹੈ, ਅਨੰਤ ਹੈ, ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ। ਵਾਕਿਆ ਹੀ ਜਦੋਂ ਕੋਈ ਆਕਾਸ਼ਾਂ ਦੇ ਵਿੱਚ ਸੁਰਤ ਨੂੰ ਲੈ ਕੇ ਵਿਚਰੇਗਾ ਫਿਰ ਇਹਦਾ ਕੋਈ ਅੰਤ ਨਹੀਂ ਹੈ। ਤੇ ਫਿਰ ਮਰਦਾਨਾ ਪੁੱਛਦਾ ਜਦੋਂ ਹੁਣ ਤੁਸੀਂ ਬਾਹਰ ਨਿਕਲੇ ਹੋ, ਥੱਲੇ ਵਾਪਸ ਚੱਲੇ ਹੋ ਧਰਤੀ ਵੱਲ ਨੂੰ, ਹੁਣ ਆਪਾਂ ਕਿੱਥੇ ਜਾਵਾਂਗੇ? ਤੇ ਸਭ ਤੋਂ ਪਹਿਲਾਂ ਨੇਤਰ ਖੋਲ੍ਹਦਿਆਂ ਹੀ ਮਨੁੱਖ ਆਪਣੀ ਸੂਰਤ ਨੂੰ ਵੇਖਦਾ। ਸਭ ਤੋਂ ਪਹਿਲਾਂ ਸਾਡੀ ਨਿਗਾਹ ਜਦ ਧਿਆਨ ਦੇ ਵਿੱਚੋਂ ਵਾਪਸ ਮੁੜਦੀ ਆ, ਅਸੀਂ ਅੱਖਾਂ ਖੋਲ੍ਹਦੇ ਹਾਂ, ਤੇ ਪਹਿਲਾਂ ਕਿੱਥੇ ਆਉਂਦੀ ਆ? ਸਾਡੀ ਸੂਰਤ ਉੱਤੇ, ਸਾਡੇ ਚਿਹਰੇ 'ਤੇ। ਫਿਰ ਨਟਕਾ ਨੱਕ ਆਉਂਦਾ, ਇਹ ਦਿਖਾਈ ਦਿੰਦਾ ਹੈ। ਚਪਟਾ ਦੋਨੇ ਸਾਈਡਾਂ ਮੂੰਹ ਦੀਆਂ ਦਿਖਾਈ ਦਿੰਦੀਆਂ। ਫਿਰ ਮੱਛਲੀ ਬੰਦਰਗਾਹ, ਇਸ ਤਰ੍ਹਾਂ ਅੱਗੇ ਫਿਰ ਸਾਰਾ ਸਰੀਰ ਦਿਸਣਾ ਸ਼ੁਰੂ ਹੋ ਜਾਂਦਾ। ਇਸ ਤਰ੍ਹਾਂ ਹੀ ਅੰਦਰ ਦੀ ਗੱਲ ਵੀ ਹੈ ਤੇ ਬਾਹਰ ਦੀ ਗੱਲ ਵੀ ਹੈ। ਚੌਪਈ ਇਸ ਪ੍ਰਕਾਰ ਕੇ ਬਚਨ ਬਿਲਾਸਾ, ਕਰਤ ਚਲਤ ਸਿੱਖਨ ਸੁਖ ਰਾਸਾ। ਇਸ ਤਰ੍ਹਾਂ ਗੁਰੂ ਦੇ ਨਾਨਕ ਦੇਵ ਜੀ ਮਹਾਰਾਜ ਬਚਨ ਬਿਲਾਸ ਕਰਦੇ ਹੋਏ ਸਿੱਖਾਂ ਨੂੰ ਸੁਖ ਦੇਣ ਵਾਲੇ ਚੱਲ ਪਏ ਜੀ। ਲਾ ਗਿਰ ਪਰ ਜਬ ਚੱਲ ਆਏ, ਮਰਦਾਨੇ ਤਬ ਬੈਨ ਅਲਾਈ। ਤਾਂ ਅੱਗੇ ਇੱਕ ਪਹਾੜ ਆ ਗਿਆ। ਹੁਣ ਪਹਾੜਾਂ ਤੋਂ ਹੀ ਉਤਰਨਾ ਸੀ, ਪਹਾੜਾਂ ਤੇ ਚੜ੍ਹੇ ਹੈ, ਪਰ ਚੜ੍ਹੇ ਹੋਰ ਪਾਸੇ ਦੀ ਸੀ, ਉਤਰਦੇ ਹੋਰ ਸਾਈਡ ਤੋਂ ਹੈ। ਇਸ ਕਰਕੇ ਇਸ ਪਹਾੜ ਦਾ ਨਾਮ ਹੈ ਸੀਲਾਗਿਰ। ਤਾਂ ਮਰਦਾਨਾ ਕਹਿੰਦਾ ਇਸ ਪਰਬਤ ਸੁੰਦਰ ਕੇ ਮਾਹੀ, ਰਹਿਤ ਸੰਤ ਕਹਿਦੋਂ ਕੋ ਨਾਹੀ। ਤਾਂ ਮਰਦਾਨਾ ਕਹਿਣਾ ਜੀ ਇਹ ਪਹਾੜ ਆ ਗਿਆ, ਇਹਦਾ ਕੀ ਨਾਮ ਹੈ? ਇਹਦਾ ਨਾਮ ਹੈ ਸੀਲਾਗਿਰ। ਅੱਛਾ ਮਹਾਰਾਜ, ਇੱਥੇ ਵੀ ਕੋਈ ਸਾਧ ਰਹਿੰਦਾ ਕਿ ਨਹੀਂ? ਪਸ ਪੰਖੀ ਕੋ ਨਜ਼ਰ ਨ ਆਵੈ, ਸੁਨੋ ਸਭ ਇਸ ਥਾਨ ਦਿਖਾਵੈ। ਇੱਥੇ ਮਾਰੇ ਕੋਈ ਪਸ਼ੂ ਪੰਛੀ ਦਿਸਦਾ ਹੀ ਨਹੀਂਗਾ, ਬੜਾ ਜੰਗਲ ਸੁੰਨਾ ਜਿਹਾ ਲੱਗਦਾ ਹੈ। ਸ੍ਰੀ ਗੁਰ ਕਹੈ ਸ਼ੁਦਾ ਤੋਹਿ ਲਾਗੀ, ਕਿਉ ਕਰ ਬੂਝਤ ਹੈ ਵੱਡ ਭਾਗੀ। ਬਾਬਾ ਕਹਿੰਦੇ ਕਿਵੇਂ ਤੈਨੂੰ ਭੁੱਖ ਲੱਗੀ ਹੈ ਕਿ ਸਾਧੂਆਂ ਡੇਰਾ ਪੁੱਛਦਾ ਹੈ। ਇਸ ਗਿਰ ਪਰ ਨਰ ਰਹਿਤ ਨ ਕੋ, ਅਗਲੋ ਥਲ ਅਵਲੋਗਤ ਜੋ। ਇੱਥੇ ਕੋਈ ਬੰਦਾ ਨਹੀਂ ਵਸਦਾ, ਕੋਈ ਸਾਧ ਨਹੀਂ ਵਸਦਾਗਾ, ਕੋਈ ਸੰਤ ਨਹੀਂ ਰਹਿੰਦਾ। ਅਗਾਹਾਂ ਜਾ ਕੇ ਮਿਲੇਗਾ, ਮੈਨੂੰ ਲੱਗਦਾ ਤੈਨੂੰ ਭੁੱਖ ਲੱਗਿਆ ਹੀ ਹੋਣੀ ਆ। ਇਹ ਸਭ ਗੁਰੂ ਨਾਨਕ ਦੇ ਹੱਥ ਵਿੱਚ ਹੈ ਕੰਟਰੋਲ, ਭੁੱਖ ਦਾ ਵੀ ਸਾਡੀ ਦਾ। ਜਦੋਂ ਕੋਈ ਸਿਮਰਨ ਵਿੱਚ ਚਲਿਆ ਜਾਂਦਾ ਤੇ ਫਿਰ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਬਣ ਜਾਂਦਾ, ਫਿਰ ਭੁੱਖ ਵਾਲੇ ਪਾਸੇ ਧਿਆਨ ਹੀ ਨਹੀਂ ਜਾਂਦਾਗਾ। ਜਦੋਂ ਸ਼ਮੇਲ ਪਰਬਤ ਦੀ ਯਾਤਰਾ ਸ਼ੁਰੂ ਕੀਤੀ ਸੀ ਨਾ, ਜਿਹੜਾ ਪਹਿਲਾ ਪਹਾੜ ਆਇਆ ਸੀਗਾ ਸੋਨੇ ਦਾ, ਉੱਥੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਤੇ ਬਾਬਾ ਨਾਨਕ ਬੈਠ ਗਏ। ਕੁਝ ਬੂੰਦਾਂ ਦੇ ਗਰੀਆਂ ਸਨ ਕਹਿੰਦੇ। ਮਰਦਾਨਾ ਕਹਿੰਦਾ ਜੀ ਇਹ ਬੂੰਦਾਂ ਕਾਹਦੀਆਂ? ਕਹਿੰਦੇ ਮਰਦਾਨਿਆਂ ਹੀ ਅੰਮ੍ਰਿਤ ਆ। ਇਹ ਮਾਰੇ ਇੱਥੇ ਉਹੀ ਡਿੱਗੀ ਜਾਂਦਾ, ਕੋਈ ਪੀਣ ਵਾਲਾ ਵੀ ਆ, ਕਹਿੰਦੇ ਨਾਮ ਜਪਣ ਵਾਲੇ ਪੀਂਦੇ ਆ। ਔਰ 6-6 ਮਹੀਨੇ ਉਹਨਾਂ ਦੀ ਸੁਰਤ ਜੁੜ ਜਾਂਦੀ ਹੈ, ਮੁੜ ਕੇ ਅੱਖਾਂ ਨਹੀਂ ਖੋਲ੍ਹਦੇ, ਨੇਤਰ ਨਹੀਂ ਜੁੜ ਜਾਂਦੇ ਆ ਪਰਮੇਸ਼ਰ ਨਾਲ, ਇੱਕ ਮਿੱਕ ਹੋ ਜਾਂਦੇ ਆ। ਭੁੱਖ ਹੀ ਨਹੀਂ ਲੱਗਦੀ ਉਹਨਾਂ ਨੂੰ। ਲੋੜ ਕਾੜ ਵੀ ਮੈਂ ਮਰਦਾਨਾ ਕਹਿੰਦਾ ਮੈਨੂੰ ਤਾਂ ਬਹੁਤ ਭੁੱਖ ਲੱਗਦੀ ਆ, ਜਾਂ ਤਾਂ ਫਿਰ ਮੇਰੀ ਭੁੱਖ ਬੰਦ ਕਰੋ, ਫਿਰ ਮੈਂ ਪਹਾੜੀ ਯਾਤਰਾ ਕਰ ਸਕਦਾ, ਨਹੀਂ ਤਾਂ ਮੈਥੋਂ ਭੁੱਖ ਚੜ੍ਹਿਆ ਨਹੀਂ ਜਾਣਾ। ਮੈਂ ਆ ਬੂੰਦਾ ਪੀ ਲਵਾਂ। ਬਾਬਾ ਜੀ ਕਹਿੰਦੇ ਵੇਖ ਲਾ ਮਰਦਾਨਿਆ, ਜੇ ਪਚਾ ਲੇਗਾ ਤਾਂ ਪੀ ਲਾ। ਮਰਦਾਨਾ ਬੜਾ ਸਿਆਣਾ ਨਿਕਲਿਆ, ਕਹਿਣ ਲੱਗਿਆ ਮਹਾਰਾਜ ਤੁਸੀਂ ਕਿਰਪਾ ਕਰੋ ਪਚ ਜਾਣ। ਕਹਿੰਦੇ ਚੰਗਾ ਪੀ ਲਾ। ਕਹਿੰਦੇ ਮਰਦਾਨੇ ਨੇ ਉਹ ਬੂੰਦਾ ਪੀਤੀਆਂ। ਇੱਕ ਪਹਿਰ ਮਰਦਾਨਾ ਜਿਹੜਾ ਹੈ ਉਸ ਦਾ ਧਿਆਨ ਜੁੜ ਗਿਆ। 3 ਘੰਟੇ ਉਹਦਾ ਧਿਆਨ ਨਹੀਂ ਖੁੱਲ੍ਹਿਆ। ਕਹਿੰਦੇ ਇੱਕ ਪਹਿਰ ਬਾਅਦ ਪਾਤਸ਼ਾਹ ਕਹਿੰਦੇ ਧਿਆਨ ਖੋਲ। ਨੇਤਰ ਖੋਲ੍ਹੇ ਉਸਨੇ। ਜਦ ਨੇਤਰ ਖੋਲ੍ਹੇ, ਮਰਦਾਨਾ ਕਹਿੰਦਾ ਜੀ ਬੜਾ ਆਨੰਦ ਆਇਆ, ਆਪਾਂ ਗਾਹਾਂ ਕਿੱਥੇ ਜਾਣਾ, ਇੱਥੇ ਹੀ ਬੈਠੇ ਰਹਿੰਦੇ ਹਾਂ, ਪੀ ਲਿਆ ਕਰਾਂਗੇ ਤੇ ਅੱਖਾਂ ਬੰਦ ਕਰਕੇ ਬਹਿ ਜਿਆ ਕਰਾਂਗੇ। ਕਹੋ ਸਤਨਾਮ ਸੀ। ਧੰਨ ਗੁਰੂ ਨਾਨਕ ਕਹਿੰਦੇ ਮਰਦਾਨੇ ਆਪਾਂ ਗਾਹਾਂ ਵੀ ਚੱਲਣਾ, ਪਰ ਹੁਣ ਤੈਨੂੰ ਭੁੱਖ ਨਹੀਂ ਲੱਗੂਗੀ। ਉਸ ਦਿਨ ਦੀਆਂ ਪੀਤੀਆਂ ਬੂੰਦਾਂ ਮਰਦਾਨੇ ਸਾਰੀ ਯਾਤਰਾ ਕਰ ਲਈ, ਕਿਤੇ ਰੋਟੀ ਨਹੀਂ ਮੰਗੀ। ਆਪਾਂ ਪਿੱਛੇ ਸਾਰੀ ਸਾਖੀ ਪੜ੍ਹੀ ਆ ਗੋਰਖਨਾਥ ਵਰਗਿਆਂ ਦੀ, ਧਰੂਪ ਭਗਤ ਵਰਗਿਆਂ ਦੀ ਸਾਰੀਆਂ। ਹੁਣ ਜਦੋਂ ਉੱਥੋਂ ਥੱਲੇ ਉਤਰੇ ਆ ਤੇ ਅੱਜ ਬਾਬੇ ਨਾਨਕ ਨੇ ਭੁੱਖ ਫੇਰ ਆਰੰਭ ਕਰਤੀ ਆ, ਕਹਿ ਕੇ ਕਹਿੰਦੇ ਮਰਦਾਨਿਆਂ ਲੱਗਦਾ ਤੈਨੂੰ ਭੁੱਖ ਲੱਗਿਆ ਹੀ ਆ। ਇਹ ਪਰ ਰਹਿਤ ਰਿਖੀਸ਼ਵਰ ਭੂਰੰ, ਤਰਵਰ ਬਹੁ ਲਾਗੇ ਫਲ ਰੂਰੰ। ਚੱਲ ਅਗਲੇ ਇਲਾਕੇ ਚੱਲਦੇ ਆ, ਉੱਥੇ ਬਹੁਤ ਰਿਸ਼ੀ ਰਹਿੰਦੇ ਹਨ ਤੇ ਦਰਖਤ
ਫਲਾਂ ਵਾਲੇ ਵੀ ਬਹੁਤ ਹਨ। ਜੇ ਕਰ ਤਾਵ ਮਨ ਮੈਂ ਹਵੈ ਚਾਹੀ, ਚਲ ਕਰ ਤਹਿ ਫਲ ਬਿਲੀਜੈ ਖਾਹੀ। ਜੇ ਤੈਨੂੰ ਭੁੱਖ ਲੱਗੀ ਹੈ, ਤੇਰੀ ਖਾਣ ਦੀ ਇੱਛਾ, ਤੈਨੂੰ ਉੱਥੇ ਚੱਲ ਕੇ ਖਵਾਵਾਂਗੇ। ਸ੍ਰੀ ਪ੍ਰਭ ਸੁਨੀਏ ਸੁਧਾ ਨਾ ਕੋਈ, ਜਬ ਕੋ ਬਰ ਦੇ ਕਰ ਤੁਮ ਖੋਈ। ਮਰਦਾਨਾ ਕਹਿੰਦਾ ਜੀ ਵੈਸੇ ਜਦੋਂ ਦੀ ਤੁਸੀਂ ਕਿਰਪਾ ਕੀਤੀ ਆ ਨਾ ਸਮੇਰ ਪਰਬਤ ਤੋਂ, ਉਦੋਂ ਦੀ ਕੋਈ ਭੁੱਖ ਨਹੀਂ ਲੱਗੀ। ਰਹੋ ਆਨੰਦ ਸਦਾ ਔਰ ਮਾਹੀ, ਖਾਵਨ ਚਾਹੇ ਹੋਤ ਕਬ ਨਾਹੀ। ਕੋਈ ਇੱਛਾ ਹੀ ਨਹੀਂ ਪੈਦਾ ਹੋਈ ਖਾਣ ਦੀ ਉਦਣ ਦੀ। ਕਹਿਤ ਸੁਨਤ ਤਿਹ ਗਿਰ ਪਰ ਆਈ, ਜਹਾਂ ਬਿਟਪ ਫਲ ਤੈ ਸਹਿਤ ਸੁਹਾਈ। ਇਉਂ ਗੱਲਾਂ ਬਾਤਾਂ ਕਰਦੇ ਅਗਲੇ ਪਹਾੜ ਤੇ ਉਤਰੇ ਜਿੱਥੇ ਫਲਾਂ ਦੇ ਦਰਖਤ ਲੱਗੇ ਹੋਏ ਸਨ। ਅਨਕ ਰੰਗ ਕੇ ਸੁਮਨ ਸੁਹਾਵਨ, ਜਿਨ ਪਰ ਭੌਰੇ ਕਰ ਹੈ ਪ੍ਰਮਾਵਨ। ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਬਾਗ ਤੇ ਫਲਾਂ ਦੇ ਦਰਖਤ ਜਿਨ੍ਹਾਂ ਤੇ ਭੌਰੇ ਘੁੰਮ ਰਹੇ ਹਨ। ਲਤਾ ਬਹੁਤ ਜੈਨ ਸੋ ਉਰਜਾਨੀ, ਸੁੰਦਰ ਅਤ ਛਾਇਆ ਸੁਖਦਾਨੀ। ਔਰ ਅਨੇਕਾਂ ਤਰ੍ਹਾਂ ਦੀਆਂ ਬੇਲਾਂ ਜਿਹੜੀਆਂ ਦਰਖਤਾਂ ਨਾਲ ਉਲਝੀਆਂ ਹੋਈਆਂ ਹਨ। ਅਨਕ ਵਿਦਨ ਲਾਗੇ ਫਲ ਸਰਸੰ, ਸ਼ਾਖਾ ਭਾਰ ਭੂਮ ਸੋ ਪਰਸੰ। ਅਨੇਕਾਂ ਤਰ੍ਹਾਂ ਦੇ ਫਲ ਲੱਗੇ ਆ ਤੇ ਫਲਾਂ ਦੇ ਭਾਰ ਨਾਲ ਦਰਖਤਾਂ ਟਾਹਣੀਆਂ ਥੱਲੇ ਝੁਕੀਆਂ ਹੋਈਆਂ। ਮਨਹੁ ਅਥਿਤ ਜੋ ਆਵਤ ਪਾਸਾ, ਦੇਨੇ ਹੀਤ ਝੁਕੇ ਫਲ ਰਾਸਾ। ਮਾਨੋ ਕਿ ਦਰਖਤ ਕਹਿੰਦੇ ਆ ਕੋਈ ਭੁੱਖਾ ਲੋੜਵੰਦ ਆਵੇ ਤੇ ਸਾਥੋਂ ਇਹ ਫਲ ਲੈ ਕੇ ਖਾ ਲਵੇ, ਤਾਈਓ ਝੁਕੀਆਂ ਨੇ। ਬਿਨ ਹੀ ਸ਼ਰਾਮ ਲੈ ਤੂਰ ਸੁਖਾਰੀ, ਖਾਵਹਿ ਸਾਧ ਸ਼ੁਦਾ ਨਿਰਵਾਰੀ। ਔਰ ਉਹਨੂੰ ਤੋੜਨ ਵਾਲੇ ਨੂੰ ਕੋਈ ਜ਼ੋਰ ਨਾ ਲਾਉਣਾ ਪਵੇ, ਸੌਖਾ ਹੀ ਟੁੱਟ ਕੇ ਆਪਣੀ ਭੁੱਖ ਦੂਰ ਕਰੇ ਤੋੜ ਕੇ। ਦੋਹਰਾ ਉਪਕਾਰੀ ਜੋ ਪੁਰਖ ਹੈ, ਸਿੱਖਿਆ ਤੇ ਜਨ ਦੀਤ। ਮਾਨੋ ਦਰਖਤ ਜਿਹੜਾ ਹੈ ਬੰਦੇ ਨੂੰ ਉਪਕਾਰ ਕਰਨ ਦੀ ਇਉਂ ਸਿੱਖਿਆ ਦਿੰਦਾ ਹੈ। ਕਰ ਉਪਕਾਰ ਸੋ ਨਿਵ ਚਲੋ, ਦੀਨ ਦੁਨੀ ਸੁਖ ਹੀਤ। ਉਪਕਾਰ ਕਰਕੇ ਚੰਗੇ ਕੰਮ ਕਰਕੇ ਵੀ ਨਿਭ ਜਾਓ। ਪਾਤਸ਼ਾਹ ਜੀ ਦਾ ਬਚਨ ਹੈ ਨਾ, ਤਾਣ ਹੁੰਦਾ ਹੋਏ ਨਿਤਾਣਾ, ਮਾਨ ਹੁੰਦਾ ਹੋਏ ਨਿਮਾਣਾ, ਅਣ ਹੁੰਦਾ ਆਪ ਵੰਡਾਏ ਕੋ ਐਸਾ, ਭਗਤ ਸਦਾਏ ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ। ਅਸੀਂ ਪਰਉਪਕਾਰ ਕਰੀਏ, ਕੋਈ ਚੰਗੇ ਕੰਮ ਕਰੀਏ, ਨੇਕੀ ਕਰ, ਦਰਿਆ ਵਿੱਚ ਡਾਲ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ। ਚਉਪਈ ਸੀਤਲ ਬਿਮਲੰ ਨੌਰਾ ਨੀਰੰ, ਮਾਰਗ ਸ਼ਰਮ ਕੀ ਖੋਵਤ ਪੀਰੰ। ਔਰ ਨਾਲ ਹੀ ਫਿਰ ਇੱਕ ਨਦੀ ਵਗਦੀ ਹੈ ਜਿਸ ਦਾ ਬੜਾ ਪਵਿੱਤਰ ਜਲ ਪੈ ਰਿਹਾ ਹੈ। ਉਹਦੇ ਵਿੱਚ ਇਸ਼ਨਾਨ ਕਰਕੇ ਅਸੀਂ ਰਸਤੇ ਦੇ ਜਿਹੜਾ ਥਕੇਵਾਂ ਉਹਨੂੰ ਦੂਰ ਕਰ ਸਕਦੇ ਆ। ਸਾਗਨ ਸੁਹਾਵਨ ਛਾਇਆ ਜਿਹਵਾ, ਬੈਸੇ ਸ੍ਰੀ ਨਾਨਕ ਪਿਖ ਤਹਿਵਾ। ਤੇ ਦਰਖਤਾਂ ਦੀ ਬੜੀ ਸੰਘਣੀ ਛਾਂ ਸੀਗੀ। ਬਾਬਾ ਜੀ ਉੱਥੇ ਇੱਕ ਥਾਂ ਤੇ ਬੈਠ ਗਏ। ਬਾਰ ਫਰ ਮਧੁਰ ਤੂਰ ਮਰਦਾਨੇ, ਗੁਰ ਅਗਰਜ ਰਾਖੇ ਤਬ ਆਨੇ। ਤੇ ਮਰਦਾਨੇ ਨੇੜੇ ਦਰਖਤਾਂ ਤੋਂ ਚੰਗੇ ਚੰਗੇ ਫਲ ਤੋੜ ਕੇ ਬਾਬੇ ਨਾਨਕ ਜੀ ਦੇ ਮੂਹਰੇ ਰੱਖ ਦਿੱਤੇ ਹਨ। ਸੁੰਦਰ ਸਰਸ ਦੇਖ ਮਨ ਭਾਈ, ਸ੍ਰੀ ਗੁਰ ਕਰ ਮੈਂ ਅਰਧ ਉਠਾਈ। ਔਰ ਸੁੰਦਰ ਫਲ ਦੇਖ ਕੇ ਬਾਬੇ ਨਾਨਕ ਜੀ ਨੇ ਵੀ ਵਿੱਚੋਂ ਚੱਕ ਲਏ ਖਾਣ ਲਈ। ਸੋ ਮੋਕੋ ਦੀਨੇ ਤੇ ਕਾਲਾ, ਰਾਖੇ ਅਰਧੰ ਆਪ ਕਿਰਪਾਲਾ। ਉਹਨਾਂ ਚੋਂ ਅੱਧੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਦੇ ਦਿੱਤੇ। ਮਰਦਾਨਾ ਤੂਰੈ ਸੋ ਖਾਵਤ, ਸਾਧ ਸੁਦਾ ਸਮ ਅਧਿਕ ਅਗਾਵਤ। ਮਰਦਾਨੇ ਕਹਿੰਦੇ ਤੂੰ ਆਪੇ ਤੋੜ ਤੋੜ ਕੇ ਖਾ ਲਾ। ਤੇ ਕਹਿੰਦੇ ਮਰਦਾਨਾ ਖਾਣ ਲੱਗਿਆ, ਅੰਮ੍ਰਿਤ ਵਰਗਾ ਸਵਾਦ ਰੱਜਦਾ ਹੀ ਨਹੀਂਗਾ। ਦੋਹਰਾ ਸ਼ੂਰ ਸਕੈ ਨਹਿ ਖਾਈ ਬਹੁ, ਗੁਰ ਲਓ ਉਦਰੰ ਪੂਰ। ਔਰ ਢਿੱਡ ਜਿਹੜਾ ਗਲੇ ਤੱਕ ਭਰ ਗਿਆ। ਇੰਨੇ ਸਵਾਦ ਫਲ ਲੱਗ ਰਹੇ ਆ ਮਰਦਾਨੇ ਨੂੰ, ਛੱਡਣ ਨੂੰ ਜੀ ਨਹੀਂ ਕਰਦਾ। ਪੇਟ ਭਾਵੇਂ ਗਲੇ ਤੱਕ ਭਰ ਗਿਆ। ਤੋਰ ਚੀਰ ਮਹਿ ਪਾਏ ਕਛੂ, ਬਾਂਦੇ ਸਵਾਦੰ ਪੂਰ। ਕੁਝ ਕੱਪ ਫਲ ਤੋੜ ਕੇ ਨੇ ਕੱਪੜੇ ਵਿੱਚ ਬੰਨ ਲਏ ਹਨ। ਜੋ ਪਈ ਬੈਸਿਓ ਗੁਰ ਸਮੀਪ ਸੁਆਨਾ, ਬਿਗਸਤ ਬੋਲੇ ਮਹਾ ਮਾਇਆ ਨਿਧਾਨਾ। ਬਾਬਾ ਜੀ ਹੱਸ ਪਏ। ਬਾਬਾ ਜੀ ਦੇ ਕੋਲੇ ਆ ਕੇ ਬੈਠ ਗਿਆ। ਪਰਨੇ 'ਚ ਬੰਨ ਕੇ ਮੋਢੇ ਤੇ ਸਿੱਟ ਲਏ ਹੋਣਗੇ। ਜੇ ਨਾ ਆਗ ਅਗਾਇਓ ਆਉ ਰਹਿ ਲੀਜੈ, ਮਨ ਭਾਵਨ ਸੇ ਖਾਵਨ ਕੀਜੈ। ਮਰਦਾਨਿਆ ਰੱਜ ਗਿਆ ਕਿ ਨਹੀਂ? ਨਹੀਂ ਰਜਿਆ ਤਾਂ ਹੋਰ ਖਾ ਲਾ। ਹੁਣ ਅੱਜ ਤੇਰੇ ਮਨ ਦੀ ਪੂਰੀ ਕਰ ਲੈ ਰੀਝ। ਸ੍ਰੀ ਪ੍ਰਭ ਮੈਂ ਬਹੁ ਰਹਿਓ ਅਗਾਈ, ਖਾਵਨ ਤ੍ਰਿਸ਼ਨਾ ਸਕਲ ਮਿਟਾਈ। ਨਹੀਂ ਨਹੀਂ ਮਹਾਰਾਜ ਮੈਂ ਰੱਜ ਗਿਆ, ਮੇਰੀ ਭੁੱਖ ਖਤਮ ਹੋ ਗਈ ਹੈ। ਜੇ ਆਬ ਬਰਾਬਰ ਕੀ ਰੁਚ ਦੇਵਨ, ਇੱਕ ਦੋਏ ਦੇਹੋ ਖਾਵੋ ਕਰ ਲੀਵਨ। ਬਾਬੇ ਦੇ ਮੂਹਰੇ ਪਏ ਸੀ ਕੁਝ ਫਲ।
ਕਹਿੰਦੇ ਤੁਹਾਡੀ ਮਰਜ਼ੀ ਹੈ ਤੇ ਇੱਕ ਦੋ ਦੇ ਦਿਓ, ਖਾ ਲੈਨੇ ਆ। ਨਿਜ ਕਰ ਸੋ ਗੁਰ ਫਰ ਗੁਰ ਜੁਗ ਦੀਨੇ, ਲੈ ਕਰ ਤਬ ਹੀ ਖਾਵਨ ਕੀਨੇ। ਬਾਬੇ ਨੇ ਵੀ ਕੋਲੋਂ 2 ਫਲ ਚੱਕ ਕੇ ਫੜਾਤੇ, ਕਹਿੰਦੇ ਲੈ ਖਾ ਲਾ। ਖਾਣੇ ਕੀ ਰੁਚ ਉਦਰ ਅਘਾਇਓ, ਤੇਹ ਛਿਨ ਬਹੁਰੋ ਬੈਨ ਅਲਾਇਓ। ਬੜਾ ਖੁਸ਼ ਹੋਇਆ ਮਰਦਾਨਾ ਖਾ ਕੇ। ਫਿਰ ਕੀ ਕਹਿੰਦਾ ਹੈ ਦੋਹਰਾ, ਸਾਧ ਸੁਧਾ ਸਮ ਫਲ ਮਧੁਰ, ਇਹਾਂ ਕੌਣ ਇਹਨ ਖਾਏ। ਕਿਦੋਂ ਬਾਅਦ ਇਹ ਜਾਵਈ, ਮਾਨਵ ਕੋ ਨਾ ਦਿਸਾਈ। ਕਹਿੰਦੇ ਬਾਬਾ ਜੀ ਬੜੇ ਸਵਾਦ ਫਲ ਹੈ, ਇਹਨਾਂ ਨੂੰ ਖਾਣ ਵਾਲਾ ਤੇ ਕੋਈ ਬੰਦਾ ਹੈਗਾ ਵੀ ਹੈ ਕਿ ਐਵੇਂ ਖਰਾਬ ਹੋਈ ਜਾਂਦੇ ਨੇ। ਬਾਬਾ ਜੀ ਕੀ ਕਹਿੰਦੇ ਆ ਵਿਚਾਰਾ, ਆਪਾਂ ਕੱਲ ਦੇ ਦੌਰਾਨ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀਹੋ ਵਨਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ, ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।